ਤੁਹਾਨੂੰ ਇਹ ਬਨੋੜ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ। ਐਂਬੂਲੈਂਸ ਇੱਥੇ ਪਹੁੰਚ ਚੁੱਕੀ ਹੈ। ਮ੍ਰਿਤਕ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚ ਚੁੱਕੀਆਂ ਨੇ। ਥੋੜੀ ਦੇਰ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬਨੋੜ ਦੀਆਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਕੱਲ੍ਹ ਦੀ ਇਹ ਪੂਰੀ ਘਟਨਾ ਹੈ। ਕੱਲ੍ਹ ਦਾ ਇਹ ਦਰਦਨਾਕ ਹਾਦਸਾ ਹੈ ਜਦੋਂ ਉਹਨਾਂ ਦੇ ਵਿੱਚ ਗੋਬਿੰਦ ਸਾਗਰ ਝੀਲ ਦੇ ਵਿੱਚ ਡੁੱਬਣ ਦੇ ਕਾਰਨ 7 ਇਹਨਾਂ ਨੌਜਵਾਨਾਂ ਦੀ ਮੌਤ ਹੋ ਗਈ। ਸਿੱਧਾ ਰੁਖ ਕਰਦੇ ਹਾਂ, ਸਾਡੇ ਸਹਿਯੋਗੀ ਅਮਨ ਭਾਰਦਵਾਜ ਜੁੜੇ ਹੋਏ ਨੇ। ਅਮਨ, ਓਵਰ ਟੂ ਯੂ। परमिंदर बिल्कुल ਅਸੀਂ ਤਸਵੀਰਾਂ ਉਹ ਵਿਖਾ ਰਹੇ ਹਾਂ ਕਿ ਐਂਬੂਲੈਂਸ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਔਰ ਮ੍ਰਿਤਕ ਦੇਹਾਂ ਨੂੰ ਕਿਉਂਕਿ ਇੱਥੇ ਲਿਆਂਦਾ ਗਿਆ ਔਰ ਆਖਰੀ ਵਿਦਾਈ ਜਿਹੜੀ ਹੈ ਦਿੱਤੀ ਜਾਏਗੀ ਔਰ ਸਭ ਨੂੰ ਬੇਨਤੀ ਜਿਹੜੀ ਹੈ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਵੱਲੋਂ ਕਿ ਇਕੱਠ ਜਿਹੜਾ ਹੈ ਉਸ ਨੂੰ ਰੋਕਿਆ ਜਾਏ, ਮੈਨੇਜ ਕੀਤਾ ਜਾਏ। ਹਾਲਾਂਕਿ ਪਿੱਛੇ ਤੱਕ ਦੱਸਿਆ ਜਾ ਰਿਹਾ ਐਂਬੂਲੈਂਸ ਔਰ ਇਸ ਦੇ ਅੰਦਰ ਉਹ ਮ੍ਰਿਤਕ ਦੇਹਾਂ ਨੇ 7 ਜਵਾਨਾਂ ਦੀ ਨੌਜਵਾਨਾਂ ਦੀ ਜਿਹੜੇ ਜਿੱਥੇ ਦੇ 21 ਪਰਿਵਾਰ ਦੇ ਜਿਹੜੇ 4 ਦਿਖਾ ਰਹੇ ਹਾਂ। ਪਹੁੰਚੇ ਨੇ ਔਰ ਮੇਰੇ ਤੱਕ ਲਿਆਂਦਾ ਗਿਆ ਪਰਿਵਾਰ ਜਿਹੜਾ ਹੋਰ ਪਹਿਲਾਂ ਅੱਖਾਂ ਨਮ ਸੀਗੇ ਪਰਿਵਾਰ ਤੋਂ ਨਹੀਂ ਰੁਕ ਸਕਦਾ, ਕੁੱਬਾ ਮਾਰ ਕੇ ਰੋ ਰਿਹਾ ਔਰ ਤੁਹਾਨੂੰ ਉਹ ਆਵਾਜ਼ਾਂ ਉਹ ਜ਼ਰੂਰ ਸੁਣਨਗੇ ਪਰਮਿੰਦਰ। ਤੇ ਇਹ ਤਸਵੀਰਾਂ ਨੇ ਪਰਮਿੰਦਰ ਕਿ ਮੰਦਭਾਗੀ ਘਟਨਾ ਕੱਲ੍ਹ ਹੋਈ ਹੈ। ਗੋਬਿੰਦ ਸਾਗਰ ਝੀਲ ਦੇ ਅੰਦਰ ਜੋ ਕੱਲ੍ਹ ਦੀ ਘਟਨਾ ਹੋਈ ਉਸ ਤੋਂ ਬਾਅਦ 7 ਜਣੇ ਦੀ ਮੌਤ ਹੋਈ ਸੀ ਔਰ 7 ਜਿਹੜੇ ਨੇ ਬਨੋੜ ਦੇ ਨੇ और बनोड़ का 11 नंबर वार्ड है जिथे वसनीक सी और एक ही परिवार के 4 जने का इस तरीके बेवकती जाना सोग तय पूरे पंजाब इसको लेके खास करके जो रिलेट कर रहे हैं उसमें ना सोग की लहर जो करीबी ने करीबी ने परिवार के लोग और स्तंभ करने वाली तस्वीर कुछ कहा नहीं जा सकता इस बारे कि कितना दुख कितना बड़ा घाटा इस परिवार में इस मुहल्ले में इस आपस के जोड़े इन्होंने रिश्तेदार से उन्होंने होया क्योंकि हर कोई परिवार का जिक्र कर रहा है, हर कोई परिवार के जिस तरीके का वतीरा है इतने उसका जिक्र कर रहा है कि बहुत ही ज़्यादा आपस के हलीमी वाला परिवार है। हलीमी वाले लोग ने इन्हों के जोड़े पिता से लोग सी और एक क्योंकि एक मृतक दे नौजवान दूसरे पास लेके जाए और बाकी आसे पासे इन्हों के घर ने एक ही परिवार के लोग ने एक ही टब्बर चो ने तस्वीर असी परमिंदर लगातार दिखाने की कोशिश करांगे जिस तरीके क्योंकि इतने हर कोई हादसे में याद करके दुखी हो रहे हैं, हादसे में याद करके उस घाटे का एहसास कर रहे हैं जो इस परिवार में पे ਤੁਸੀਂ ਬਨੋੜ ਦੀਆਂ ਅਸੀਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਮ੍ਰਿਤਕ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਐਂਬੂਲੈਂਸ ਦੇ ਜ਼ਰੀਏ ਇੱਥੇ ਲਿਆਂਦੀਆਂ ਗਈਆਂ ਨੇ। ਥੋੜੀ ਦੇਰ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦਰਅਸਲ ਬੇਹੱਦ ਦਰਦਨਾਕ ਹਾਦਸਾ ਕੱਲ੍ਹ ਵਾਪਰਿਆ ਉਹਨਾਂ ਦੇ ਕੋਲ ਗੋਬਿੰਦ ਸਾਗਰ ਝੀਲ ਦੇ ਵਿੱਚ। ਬਨੋੜ ਦੇ 7 ਨੌਜਵਾਨ ਝੀਲ ਦੇ ਵਿੱਚ ਡੁੱਬਣ ਦੇ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਤੇ ਹੁਣ ਮ੍ਰਿਤਕ ਦੇਹਾਂ ਬਨੋੜ ਲਿਆਂਦੀਆਂ ਗਈਆਂ ਨੇ। ਥੋੜੀ ਦੇਰ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਗੱਲ ਪੀੜਤ ਪਰਿਵਾਰਾਂ ਦੀ ਕੀਤੀ ਜਾਵੇ। ਮਾਤਮ ਦਾ ਮਾਹੌਲ ਹੈ, ਗਮ ਦੇ ਵਿੱਚ, ਦੁੱਖ ਦੇ ਵਿੱਚ, ਦਰਦ ਦੇ ਵਿੱਚ ਉਹ ਪੀੜਤ ਪਰਿਵਾਰ ਡੁੱਬੇ ਹੋਏ ਨੇ ਕਿਉਂਕਿ ਇੱਕਦਮ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਗਿਆ। ਇਹਨਾਂ ਪੀੜਤ ਪਰਿਵਾਰਾਂ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਉਹਨਾਂ ਨੌਜਵਾਨਾਂ ਦੀ, ਉਹਨਾਂ ਦੇ ਅੱਖਾਂ ਦੇ ਤਾਰਿਆਂ ਦੀ
ਵਾਪਸੀ ਇਸ ਤਰ੍ਹਾਂ ਹੋਵੇਗੀ, ਇਸ ਹਾਲਤ ਦੇ ਵਿੱਚ ਹੋਵੇਗੀ। ਕਿਸੇ ਵੀ ਬਨੂੜ ਵਾਸੀ ਨੇ, ਇਹਨਾਂ ਪੀੜਤ ਪਰਿਵਾਰਾਂ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ। ਪਰ ਜੇਕਰ ਵਾਪਸੀ ਹੋਈ ਤੇ ਇਸ ਤਰ੍ਹਾਂ ਦੀ ਹੋਈ ਮ੍ਰਿਤਕ ਦੇਹਾਂ ਦੇ ਰੂਪ ਦੇ ਵਿੱਚ, ਜਿਸ ਤੋਂ ਬਾਅਦ 'ਚ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ, ਮਾਤਮ ਪਸਰਿਆ ਹੋਇਆ ਉਹਨਾਂ ਪਰਿਵਾਰਾਂ ਦੇ ਵਿੱਚ। ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ, ਸ਼ਮਸ਼ਾਨ ਘਾਟ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਬਨੂੜ ਦੇ ਸ਼ਮਸ਼ਾਨ ਘਾਟ ਦੀਆਂ ਤਸਵੀਰਾਂ ਨੇ, ਜਿੱਥੇ ਕਿ ਥੋੜ੍ਹੀ ਦੇਰ ਦੇ ਵਿੱਚ ਇਹਨਾਂ ਮ੍ਰਿਤਕ ਨੌਜਵਾਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਇੱਕੋ ਜਗ੍ਹਾ ਹੀ ਸੰਸਕਾਰ ਦੀ ਜਿਹੜੀ ਤਿਆਰੀ ਕੀਤੀ ਗਈ ਹੈ। ਇੱਕੋ ਜਗ੍ਹਾ ਤੇ 7 ਮ੍ਰਿਤਕ ਨੌਜਵਾਨਾਂ ਦਾ ਅੰਤਮ ਸੰਸਕਾਰ ਅੱਜ ਕੀਤਾ ਜਾਵੇਗਾ। ਪਰ ਪੂਰੇ ਬਨੂੜ ਨੇ, ਪੂਰੇ ਪੰਜਾਬ ਨੇ, ਇਹਨਾਂ ਪੀੜਤ ਪਰਿਵਾਰਾਂ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਘਰੋਂ ਇੰਨੇ ਚਾਵਾਂ ਮਲਾਰਾਂ ਦੇ ਨਾਲ ਬਾਬਾ ਬਾਲਕਨਾਥ ਦੇ ਦਰਸ਼ਨ ਕਰਨ ਦੇ ਲਈ, ਮੰਦਿਰ ਦੇ ਦਰਸ਼ਨ ਕਰਨ ਦੇ ਲਈ ਘਰੋਂ ਨਿਕਲਦੇ ਨੇ। ਪਰ ਕਦੇ ਪਰਿਵਾਰ ਨੇ ਨਹੀਂ ਸੋਚਿਆ ਕਿ ਜੇਕਰ ਵਾਪਸੀ ਹੋਵੇਗੀ ਤੇ ਇਸ ਤਰ੍ਹਾਂ ਦੀ ਹੋਵੇਗੀ, ਇਸ ਹਾਲਤ ਦੇ ਵਿੱਚ ਹੋਵੇਗੀ। ਸੋ ਪੂਰਾ ਬਨੂੜ ਹੀ ਗਮ ਦੇ ਵਿੱਚ ਡੁੱਬਿਆ ਹੋਇਆ ਹੈ। ਪੂਰੇ ਬਨੂੜ ਦੇ ਲੋਕ ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ। ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਘਰ ਤੋਂ ਬਾਹਰ ਵੀ ਨਜ਼ਰ ਆ ਰਹੇ ਨੇ। ਨਾਲ ਹੀ ਅਸੀਂ ਤੁਹਾਨੂੰ ਫਾਈਲ ਤਸਵੀਰਾਂ ਉਹਨਾਂ ਨੌਜਵਾਨਾਂ ਦੀਆਂ ਵਿਖਾ ਰਹੇ ਹਾਂ, ਜਿਹੜੇ ਨੌਜਵਾਨ ਇਸ ਦੁਨੀਆ ਤੋਂ ਕੱਲ ਰੁਖਸਤ ਹੋ ਗਏ। ਸਾਡੇ ਸਹਿਯੋਗੀ ਅਮਨ ਭਾਰਦਵਾਜ ਲਗਾਤਾਰ ਉੱਥੋਂ ਜਾਣਕਾਰੀ ਪਹੁੰਚਾ ਰਹੇ ਨੇ। ਅਮਨ, ਕੀ ਕੋ ਜਾਣਕਾਰੀ ਹੈ, ਕਦੋਂ ਤੱਕ ਇਹਨਾਂ ਨੌਜਵਾਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ? ਘਰ ਤੋਂ ਕਿੰਨੀ ਕੁ ਦੂਰ ਹੈ ਸ਼ਮਸ਼ਾਨ ਘਾਟ? ਅਮਨ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਜਾਣਨਾ ਚਾਹਾਂਗੇ ਫਿਲਹਾਲ ਦੀ ਕੀ ਜਾਣਕਾਰੀ ਹੈ, ਕਦੋਂ ਤੱਕ ਮ੍ਰਿਤਕ ਨੌਜਵਾਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ? ਸੋ ਬਨੂੜ ਦੀਆਂ ਅਸੀਂ ਇਹ ਲਾਈਵ ਤਸਵੀਰਾਂ ਵਿਖਾ ਰਹੇ ਹਾਂ। ਥੋੜੀ ਦੇਰ ਦੇ ਵਿੱਚ ਇਹਨਾਂ ਮ੍ਰਿਤਕ ਨੌਜਵਾਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਦਰਅਸਲ ਕੱਲ੍ਹ ਇਹ ਹਾਦਸਾ ਵਾਪਰਿਆ, ਉਸ ਤੋਂ ਬਾਅਦ 'ਚ ਉੱਥੇ ਦੇ ਹਸਪਤਾਲ ਦੇ ਵਿੱਚ ਪੋਸਟਮਾਰਟਮ ਹੋਇਆ ਤੇ ਪੋਸਟਮਾਰਟਮ ਹੋਣ ਤੋਂ ਬਾਅਦ 'ਚ ਅੱਜ ਹੀ ਇਹਨਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਨੂੜ ਲਿਆਂਦੀਆਂ ਗਈਆਂ ਨੇ। ਵੱਡੀ ਗਿਣਤੀ ਦੇ ਵਿੱਚ ਬਨੂੜ ਦੇ ਲੋਕ, ਨੇੜੇ ਤੇੜੇ ਦੇ ਲੋਕ ਪਹੁੰਚੇ ਹੋਏ ਨੇ। ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੀਨਾ ਮਿੱਤਲ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਨੇ। ਥੋੜੀ ਦੇਰ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਸ਼ਮਸ਼ਾਨ ਘਾਟ ਦੇ ਵਿੱਚ ਇੱਕੋ ਜਗ੍ਹਾ ਇਹਨਾਂ 7 ਨੌਜਵਾਨਾਂ ਦਾ ਅੱਜ ਅੰਤਮ ਸੰਸਕਾਰ ਕੀਤਾ ਜਾਵੇਗਾ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਅੰਤਮ ਵਿਦਾਈ ਦੇਣ ਦੇ ਲਈ ਇਹਨਾਂ ਨੌਜਵਾਨਾਂ ਨੂੰ ਇੱਥੇ ਪਹੁੰਚੇ ਹੋਏ ਨੇ। ਪਰਿਵਾਰਾਂ ਦੇ ਵਿੱਚ ਗਮ ਦਾ ਮਾਹੌਲ ਹੈ, ਮਾਤਮ ਪਸਰਿਆ ਹੋਇਆ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਘਰ ਦੇ ਬਾਹਰ ਦੀਆਂ, ਜਿੱਥੇ ਜੋ 4 ਜਣੇ ਇੱਕ ਪਰਿਵਾਰ ਦੇ ਜੋ ਵਧਾਈ ਜਿਹੜੇ ਦੇ ਕੇ ਗਏ ਨੇ ਪਰਿਵਾਰ ਨੂੰ, ਔਰ ਐਡਾ ਘਾਟਾ ਪਰਿਵਾਰ ਨੂੰ ਪਿਆ ਹੈ। ਔਰ ਐਂਬੂਲੈਂਸਿਸ ਹੁਣ ਪਹੁੰਚੀਆਂ, ਮ੍ਰਿਤਕ ਦੇਹਾਂ ਹੁਣ 7 ਜਣਾਂ ਦੀਆਂ ਬਨੂੜ ਪਹੁੰਚੀਆਂ ਹੈ। ਔਰ ਇੱਥੇ 2 ਕਿਉਂਕਿ ਪਰਿਵਾਰ ਜਿਹੜੇ ਕੁਝ ਘਰ ਛੱਡ ਕੇ ਰਹਿੰਦੇ ਨੇ, ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਰਿਵਾਰ ਤੱਕ ਲੈ ਕੇ ਜਾਂਦਾ ਗਿਆ, ਜਿਨ੍ਹਾਂ ਦੀ ਤਸਵੀਰਾਂ ਅਸੀਂ ਤੁਹਾਨੂੰ ਵਿਖਾਈਆਂ ਹੈ। ਉਹ ਨੌਜਵਾਨ ਸੀ ਜਿਹੜੇ ਇੱਥੋਂ 21 ਪਰਿਵਾਰ ਦੇ ਨੇ, ਪਰ ਇੱਥੋਂ ਕੁਝ ਘਰ ਛੱਡ ਕੇ ਜਿਹੜੇ ਨੇ ਉਹ ਰਹਿੰਦੇ ਨੇ। ਔਰ ਕੁਝ ਹੀ ਅਗਲੇ ਪਲਾਂ 'ਚ ਜਿਹੜੇ ਇੱਕ ਪਰਿਵਾਰ ਦੇ 4 ਜਣੇ ਨੇ, ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਇੱਥੇ ਪਰਿਵਾਰ ਦੇ ਵਿੱਚ ਲਿਆਂਦਾ ਜਾਏਗਾ ਤਾਂ ਕਿ ਆਖਰੀ ਵਧਾਈ ਜਿਹੜੀ ਹੈ ਉਹ ਪਰਿਵਾਰ ਦੇ ਸਕੇ। ਹੋਰ ਤੁਸੀਂ ਵੇਖੋ ਕਿ ਆਸੇ ਪਾਸੇ ਲੋਕ ਜਿਹੜੇ ਨੇ ਉਹ ਆਖਰੀ ਵਧਾਈ ਦੇਣ ਲਈ ਪਹੁੰਚੇ ਹੋਏ ਨੇ, ਚਾਹੇ ਉਹ ਉਹਨਾਂ ਦੇ ਰਿਸ਼ਤੇਦਾਰ ਹੈ, ਕੋਈ ਕਰੀਬੀ ਹੈ, ਸ਼ੁਭ ਚਿੰਤਕ ਹੈ, ਕੋਈ ਪਰਿਵਾਰਿਕ ਸੰਬੰਧ ਵਾਲਾ ਹੈ। ਔਰ ਇਹ ਐਂਬੂਲੈਂਸਿਸ ਤੁਸੀਂ ਦੇਖੋ, ਇਹ ਆਖਰੀ ਐਂਬੂਲੈਂਸ ਹੈ ਜਿਸ ਅੰਦਰ 4 ਜਣੇ ਔਰ ਇਹ ਇੱਥੋਂ ਲੈ ਕੇ ਜਾਇਆ ਮ੍ਰਿਤਕ ਦੇਹਾਂ ਨੂੰ ਲੈ ਕੇ ਜਾਂਦਾ ਜਾ ਰਿਹਾ। ਔਰ ਕੁਝ ਹੀ ਅਗਲੇ ਦੇਰ 'ਚ ਇਹ ਵੀ ਹੈ ਕਿ ਜਿਹੜੇ ਆਖਰੀ ਵਧਾਈ ਉਹ ਦਿੱਤੀ ਜਾਏਗੀ, ਸੰਸਕਾਰ ਜਿਹੜੇ ਨੇ ਕੀਤੇ ਜਾਣਗੇ। ਇਸ ਲਈ ਸ਼ਮਸ਼ਾਨ ਘਾਟ ਕਰੀਬ ਇੱਥੋਂ 200 ਤੋਂ 300 ਮੀਟਰ ਦੀ ਦੂਰੀ ਤੇ ਮੌਜੂਦ ਹੈ। ਉੱਥੇ ਜਾ ਕੇ ਆਖਰੀ ਵਧਾਈ ਜਿਹੜੀ ਹੈ ਉਹ ਮ੍ਰਿਤਕ ਦੇਹਾਂ ਨੂੰ ਦਿੱਤੀ ਜਾਏਗੀ। ਔਰ ਪਰਿਵਾਰ ਦਾ ਅੰਦਰ ਰੋ ਕੇ, ਜਿਵੇਂ ਅਸੀਂ ਪਹਿਲਾਂ ਵੀ ਦੱਸ ਰਹੇ ਸੀ ਕਿ ਇਹ ਜਿਸ ਤਰੀਕੇ ਦਾ ਘਾਟਾ ਹੈਗਾ, ਚਾਹੇ ਉਹ ਭਾਵਨਾਤਮਕ ਤਰੀਕੇ ਤੇ, ਚਾਹੇ ਉਹਨਾਂ ਦਾ ਬਿਹੇਵ ਜਿਸ ਤਰੀਕੇ ਦਾ ਸੀਗਾ, ਔਰ ਇੱਕ ਉਮੀਦ ਜਿਹੜੀ ਸੀਗੀ ਇਸ ਤਰੀਕੇ ਦੇ ਘਾਟੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਸ ਨੂੰ ਯਾਦ ਕਰਕੇ, ਉਹਨਾਂ ਗੱਲਾਂ ਨੂੰ ਯਾਦ ਕਰਕੇ ਆਪਣੇ ਕਰੀਬੀਆਂ ਨੂੰ, ਆਪਣੇ ਜਿਹੜੇ ਉਹਨਾਂ ਦੇ ਕਿਸੇ ਦਾ ਬੇਟਾ ਹੈ, ਕਿਸੇ ਦਾ
ਪੋਤਾ ਹੈ, ਕਿਸੇ ਦਾ ਦੋਤਾ ਹੈ, ਕਿਸੇ ਦਾ ਦੋਸਤ ਹੈ, ਆਪਣਾ ਆਪਣਾ ਰਿਸ਼ਤਾ ਜਿਸ ਦਾ ਸੀਗਾ ਉਸ ਨੂੰ ਯਾਦ ਕਰਕੇ, ਉਸ ਦੀ ਗੱਲਾਂ ਨੂੰ ਯਾਦ ਕਰਕੇ ਅੱਖਾਂ ਨਮ ਹੈ। ਔਰ